ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਚਾਰੋਂ ਫਲ ਮੈਂ ਏਕ ਕੀ ਉਪਜੈ ਹਰਿ ਨਾ ਜਾਸ। ਅਜਾ ਗਲ ਕੇ ਕੁਚਨ ਜਿਉ ਜਨਮ ਵਿਅਰਥ ਹੈ ਦਾਸ। ਚਾਰੋਂ ਫਲ ਮੈਂ ਏਕ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰ ਬਤਾਵਲੀ ਗ੍ਰੰਥ ਦੇ ਪਹਿਲੇ ਅਧਿਆਇ ਦੇ ਖੋਜ ਛਾਣ ਦਾ ਆਪਾਂ ਜਿਹੜੇ ਉਹ ਵਿਚਾਰ ਚੁੱਕੇ ਹਾਂ। ਧਰਮ ਦੇ ਸੰਬੰਧ ਵਿੱਚ ਜਿਹੜੇ ਪੰਡਿਤ ਹਰਦਿਆਲ ਜੀ ਨੇ 10 ਛੰਦ ਦੁਬਾਰਾ ਕਹਿ ਕੇ ਵੀ ਮੈਂ ਉਚਾਰਨ ਕਰਾਂਗਾ, ਉਹਦੀ ਵਿਚਾਰ ਆਪਾਂ ਕਰ ਰਹੇ ਹਾਂ। 6 ਛੰਦਾਂ ਦੀ ਵਿਚਾਰ ਹੋ ਚੁੱਕੀ ਸੀ। ਅੱਜ 7ਵਾਂ ਜਿਹੜਾ ਛੰਦ ਆ ਉਹਦੀ ਵਿਚਾਰ ਆਪਾਂ ਕਰਨ ਲੱਗੇ ਹਾਂ। ਕਹਿੰਦੇ ਆ ਵੀ ਧਰਮ ਬਹੁਤ ਇੱਕ ਮਹਾਨ ਵਸਤੂ ਆ ਤੇ ਕਹਿੰਦੇ ਉਹਨਾਂ ਮਨੁੱਖਾਂ ਦੇ ਮਹਾਨ ਕਰਮ ਹੁੰਦੇ ਜਿਹੜੇ ਧਰਮ ਨੂੰ ਬਣਾਉਂਦੇ ਆ। ਬਹੁਤ ਪ੍ਰਮਾਣਾਂ ਦੇ ਨਾਲ ਉਹਨਾਂ ਨੇ ਦਲੀਲਾਂ ਉਗਤੀਆਂ ਜੁਗਤੀਆਂ ਦੇ ਕੇ ਛੰਦ ਬਣਾਏ ਪੰਡਿਤ ਹਰਦਿਆਲ ਜੀ ਨੇ। ਅੱਜ 7ਵੇਂ ਅਥਵਾ 16ਵੇਂ ਛੰਦ ਵਿੱਚ ਕੀ ਕਹਿ ਰਹੇ ਆ ਉਹ ਆਪਾਂ ਦੀ ਵਿਚਾਰ ਕਰੀਏ। ਚਾਰੋਂ ਫਲ ਮੈਂ ਏਕ ਵੀ। ਪੰਡਿਤ ਹਰਦਿਆਲ ਜੀ ਕਹਿੰਦੇ ਆ ਵੀ ਜਿਹੜੇ ਚਾਰੇ ਫਲ ਆ ਉਹ ਕਿਹੜੇ ਆ ਉੱਪਰ ਆ ਚੁੱਕੇ ਆ। ਸੰਤੋਖ, ਖਿਮਾ, ਦਇਆ, ਬ੍ਰਹਮ ਗਿਆਨ ਚਾਰੇ ਉੱਤੇ ਆਏ ਨਾ ਉਪਰੋਕਤ ਦੋਰੇ 'ਚ। ਜਿੱਥੇ ਸਮ ਸੰਤੋਖ ਨਾ ਔਰ ਸੁਖ ਤਪਨਾ ਖਿਮਾ ਸਮਝਾਨ, ਇਹ ਦੋਰੇ 'ਚ ਇਹ 'ਚ 4 ਫਲ ਦੱਸੇ। ਕਹਿੰਦੇ ਜਿਹੜੇ ਚਾਰੇ ਫਲ ਆ ਸੰਤੋਖ, ਖਿਮਾ, ਦਇਆ, ਬ੍ਰਹਮ ਗਿਆਨ, ਇਹ ਚਾਰੇ ਫਲਾਂ ਦੇ ਮੈਂ ਕਹੀਏ ਵਿੱਚੋਂ ਇੱਕ ਵੀ ਉਪਜੈ ਹਿਰਦੈ ਨਾ ਜਾਸ ਕਹੀਏ, ਜਿਸ ਦੇ ਹਿਰਦੇ ਦਿਲ ਵਿੱਚ ਅੰਤःਕਰਨ ਵਿੱਚ ਉਪਜੈ ਪੈਦਾ ਨਹੀਂ ਹੋਇਆ। ਚਾਰੇ ਫਲਾਂ ਵਿੱਚ ਇੱਕ ਵੀ ਫਲ ਅਜਾ ਗਲੇ ਕੇ ਕੁਚਨ ਜਿਉ, ਉਹਦਾ ਜਨਮ ਕਿਹੋ ਜਿਹਾ ਦੱਸਣ ਲੱਗੇ ਆ। ਅਜਾ ਜੀ ਨਾਮ ਬੱਕਰੀ ਦਾ। ਬੱਕਰੀ ਦੇ ਗਲੇ ਕਹੀਏ ਗਲ ਦੇ ਵਿੱਚ ਜਿਹੜੇ ਲੂਲੇ ਜਿਹੇ ਲਟਕੇ ਹੁੰਦੇ ਆ। ਜਿਉਂ ਕੁਚਨ ਗਲ ਕੇ ਕੁਚਨ ਜਿਉਂ, ਗਲੇ ਦੇ ਵਿੱਚ ਜਿਹੜੇ ਕੁਚਨ ਹੈ ਨਾ ਲੂਲੇ ਥਣ ਜਿਹੇ ਹੁੰਦੇ ਆ ਜਾਂ ਥਣਾ ਵਰਗਾ ਮਾਸ ਗਲ ਵਿੱਚ ਲੱਗਾ ਹੁੰਦਾ ਹੈ ਬੱਕਰੀ ਦੇ। ਉਹ ਬੱਕਰੀ ਦੇ ਗਲੇ ਦੇ ਕੁਚਨ ਜਿਉਂ ਥਣਾ ਵਾਂਗ। ਹਾਂਜੀ। ਜਨਮ ਵਿਅਰਥ ਹੈ ਦਾਸ, ਉਸ ਮਨੁੱਖ ਦਾ ਜਨਮ ਵਿਅਰਥ ਹੀ ਹੈ, ਐਵੇਂ ਨਿਸਫਲ ਹੀ। ਕਿਵੇਂ ਵੀ ਬੱਕਰੀ ਦੇ ਗਲ ਵਿੱਚ ਲਟਕਿਆ ਹੋਇਆ ਮਾਸ ਦਾ ਜਿਹੜਾ ਗੁਥਲਾ ਵਾ ਉਹ ਵਾਧੂ ਹੈ। ਕਿਸੇ ਬੱਚੇ ਦਾ ਪੇਟ ਨਹੀਂ ਭਰਦਾ ਦੁੱਧ ਨਾਲ। ਉਸੇ ਤਰ੍ਹਾਂ ਜਿਸ ਮਨੁੱਖ ਨੇ ਸੰਤੋਖ ਹੀ ਨਹੀਂ ਰੱਖਿਆ, ਖਿਮਾ ਨਹੀਂ ਧਾਰੀ, ਕਿਸੇ ਤੇ ਤਰਸ ਦਇਆ ਨਹੀਂ ਕੀਤੀ, ਪਰਮਾਤਮਾ ਦਾ ਗਿਆਨ ਹੀ ਨਹੀਂ ਧਾਰਿਆ, ਅਰਥਾਤ ਵਾਹਿਗੁਰੂ ਨੂੰ ਸਾਰਿਆਂ ਵਿੱਚ ਜਾਣਿਆ ਹੀ ਨਹੀਂ। ਸਿਆਣੇ ਕਹਿੰਦੇ ਆ ਵੀ ਰੱਬ ਦਾ ਨਾਂ ਲੈਣ ਵਾਲੀ ਲੜਕੀ ਘਰ ਵਿੱਚ ਚੰਗੀ ਹੈ, ਮਾੜਾ ਪੁੱਤ ਠੀਕ ਨਹੀਂ ਹੈ, ਉਹਦੇ ਨਾਂ ਹੀ ਹੋਵੇ। ਛੇਲੀ ਦੇ ਗਲ ਵਿੱਚ ਬੱਕਰੀ ਦੇ ਜਿਹੜਾ ਗਲ ਆ ਉਹ ਵਧਿਆ ਹੋਇਆ ਜਿਹੜਾ ਮਾਸ ਦਾ ਗੁਤਲਾ, ਉਹਦੇ ਵਿੱਚੋਂ ਨਾ ਦੁੱਧ ਨਿਕਲਦਾ ਨਾ ਉਹਦੇ ਵਿੱਚੋਂ ਮੂਤ ਆਦਿਕ ਦੀ ਕਿਰਿਆ ਹੀ ਹੁੰਦੀ ਹੈ, ਉਹ ਵਿਅਰਥ ਹੀ ਹੈ। ਅਜਾ ਗਲ ਕੇ ਕੁਚਨ ਜਿਉਂ, ਬੱਕਰੀ ਦੇ ਗਲੇ ਵਿੱਚ ਜਿਵੇਂ ਕੁਚਨ ਹੈ ਨਾ ਉਹ ਥਣ ਹੈ, ਉਹ ਵਾਧੂ ਮਾਸ ਲੱਗਾ ਹੋਇਆ। ਜਨਮ ਵਿਅਰਥ ਹੈ ਦਾਸ, ਉਸ ਮਨੁੱਖ ਦਾ ਜਨਮ ਵਿਅਰਥ ਹੈ ਉਹਦੇ ਬੱਕਰੀ ਦੇ ਗਲੇ ਦੇ ਥਣਾਂ ਵਾਂਗ। ਜਿਹਦੇ ਅੰਦਰ ਚਾਰੇ ਫਲ ਹੀ ਨਹੀਂ ਪੈਦਾ
ਚਾਰੇ ਫਲਾਂ 'ਚ ਇੱਕ ਵੀ ਜਿਹਦੇ ਅੰਦਰ ਪੈਦਾ ਨਹੀਂ ਹੋਇਆ ਹੈ। ਚਾਰੋਂ ਫਲ ਮੈਂ ਇੱਕ ਵੀ, ਇੱਦਾਂ ਵੀ ਜਿਸ ਦੇ ਚਾਰੇ ਫਲ ਕਿਹੜੇ? ਧਰਮ, ਅਰਥ, ਕਾਮ, ਮੋਖ। ਹਾਂਜੀ, ਇਹ ਚਾਰੇ ਫਲਾਂ ਵਿੱਚੋਂ ਜਾਤ ਜਿਸ ਦੇ ਇਹਦੇ ਅੰਤःਕਰਨ ਵਿੱਚ ਇੱਕ ਵੀ ਪੈਦਾ ਨਹੀਂ ਹੋਇਆ। ਅਜਾ ਗੱਲ ਕੀ ਕੁਚਨ ਜਿਉਂ ਉਹ ਬੱਕਰੀ ਦੇ ਗਲੇ ਵਿੱਚ ਲੱਗੇ ਹੋਏ ਜਿਹੜੇ ਕੁਚਨ ਹੈ ਨਾ, ਅਸਥਨ ਭਾਵ ਮੇਮਣੀਆਂ ਦੀਆਂ, ਉਹਦੇ ਵਾਂਗ ਜਨ ਵਿਅਰਥ ਹੈ ਦਾਸ, ਉਸ ਦਾ ਜਨਮ ਵਿਅਰਥ ਹੀ ਹੈ। ਔਰ ਜਿਵੇਂ ਉਹ ਹੈ ਨਾ ਅਲੌਕਿਕ ਪ੍ਰਮਾਣ, ਰਾਮ ਜਪੰਤੀ ਕੰਨਿਆ ਭਲੀ ਸਾਖਤ, ਰਾਮ ਜਪੰਤੀ ਕੰਨਿਆ ਭਲੀ ਸਾਖਤ ਭਲਾ ਨਾ ਪੂਤ। ਰੱਬ ਜਪਦੀ ਨਾਮ ਕੰਨਿਆ ਚੰਗੀ ਆ, ਜਿਹੜਾ ਸਾਖਤ ਪੁੱਤਰ ਉਹਦੇ ਕੋਈ ਭਲਾ ਨਹੀਂ। ਜਿਵੇਂ ਛੇਲੀ ਗੱਲ ਮਿਨ ਮਿਨੇ, ਮਿਨ ਮਿਨੇ ਕਹਿ ਲਓ, ਮੇਮਣੀਆਂ ਕਹਿ ਲਓ, ਅਸਤਨ ਕਹਿ ਲਓ, ਥਣ ਕਹਿ ਲਓ। ਜਿਵੇਂ ਕਹਿੰਦੇ ਛੇਲੀ ਬੱਕਰੀ ਦੇ ਗਲ ਦੇ ਮਿਨ ਮਣੇ ਜੇ, ਨਾ ਤਿਸ ਦੂਧ ਨਾ ਮੂਤ, ਨਾ ਉਹਦੇ ਵਿੱਚ ਮੂਤਰੋਂ ਨਿਕਲਦਾ ਹੈ, ਨਾ ਉਹਦੇ ਵਿੱਚ ਦੁੱਧ ਹੀ ਨਿਕਲਦਾ, ਐ ਵਿਅਰਥ ਹੀ ਹੈ। ਇਸ ਪ੍ਰਕਾਰ ਇਹ ਸਮਝ ਲੈਣਾ। ਧਰਮ ਪਰਮ ਪਾਰਸ ਹੈ। ਇਹ ਭਾਈ ਧਰਮ ਇੱਕ ਬਹੁਤ ਵੱਡਾ ਪਾਰਸ ਹੈ। ਪਾਰਸ ਰੂਪ ਹੈ ਤੇ ਪਾਰਸੀ। ਪਰਮ ਨੂੰ ਨਾਮ ਵੱਡੇ ਦਾ, ਪਰਮ ਧਰਮ, ਪਰਮ ਧਰਮ ਕੀ ਹੈ? ਵੱਡਾ ਇੱਕ ਪਾਰਸ ਹੈ, ਪਾਰਸ ਰੂਪ ਹੈ। ਇਹ ਪਾਰਸ ਜਿਹੜਾ ਇੱਕ ਅਮੋਲਕ ਪੱਥਰ ਆ, ਤੇ ਭਾਈ ਗੁਰਦਾਸ ਜੀ ਲਿਖਦੇ ਆ ਇਹ 7 ਜਿਹੜੀਆਂ ਧਾਤਾਂ ਆ ਉਹ ਇਹਦੇ ਨਾਲ ਛੋਹ ਜਾਣ ਤੇ ਸੋਨਾ ਹੋ ਜਾਂਦੀਆਂ। ਲੋਹਾ, ਤਾਂਬਾ, ਚਾਂਦੀ, ਜੇਸਤ, ਇਹਦੇ ਨਾਲ ਛੋਹ ਜਾਣ ਤੋਂ 7 ਉਹ ਸੋਨਾ ਬਣ ਜਾਂਦੀਆਂ। ਕਹਿੰਦੇ ਜਿਹੜਾ ਧਰਮ ਆ ਇਹ ਤੇ ਵੱਡਾ ਪਾਰਸ ਰੂਪ ਹੈ, ਜੋ ਦਾਇਕ ਫਲ 4, ਜੋ ਧਰਮ ਚਾਰੇ ਫਲ ਸੰਤੋਖ, ਦਇਆ, ਹਾਂਜੀ, ਬ੍ਰਹਮ ਗਿਆਨ, ਖੇਮਾ, ਇਹ 24 ਬਖਸ਼ ਦਿੰਦਾ ਹੈ। ਅਥਵਾ ਜੋ ਧਰਮ ਆ ਉਹ ਅਰਥ, ਕਾਮ, ਮੋਖ, ਧਰਮ, ਅਰਥ, ਕਾਮ, ਮੋਖ, ਇਹ ਚਾਰੇ ਫਲ ਹੀ ਬਖਸ਼ ਦਿੰਦਾ ਹੈ। ਜੋ ਦਾਇਕ, ਜੋ ਕਿ ਦਾਇਕ ਗਈਏ ਦੇਣ ਵਾਲਾ ਹੈ ਚਾਰੇ ਫਲ, ਉਹ ਕਿਹੜੇ? ਧਰਮ, ਅਰਥ, ਕਾਮ, ਮੋਖ ਜਾਂ 7 ਸੰਤੋਖ, ਦਇਆ, ਧਰਮ। ਤਾਂ ਤੇ ਜਿਉ ਕਿਉਂ ਧਰਮ ਕੋ ਤਾਂ ਦੇ ਕਹੀਏ, ਇਸੇ ਕਰਕੇ ਜਾਂ ਤਿਸੇ ਕਰਕੇ, ਜਿਉਂ ਕਿਉਂ, ਜਿਵੇਂ ਕਿਵੇਂ ਵੀ ਭਾਈ ਇਹ ਧਰਮ ਕੋ, ਜਿਹੜਾ ਧਰਮ ਉਹਨੂੰ ਆ ਨਾ, ਉਹਨੂੰ ਤੁਸੀਂ ਧਾਰੋ, ਧਾਰਨ ਕਰੋ। ਧਾਰੇ ਜੋ ਬੁੱਧ ਉਦਾਰ, ਕਿਉਂਕਿ ਪੰਡਿਤ ਹਰਦਿਆਲ ਜੀ ਕਹਿੰਦੇ ਮੈਂ ਵੇਖਿਆ ਜੋ ਜਿਹੜੇ ਧਰਮ ਨੂੰ ਧਰੇ ਵੇ ਧਾਰਨ ਕਰਦੇ ਆ ਉਹ ਬੁੱਧ, ਉਹ ਬੜੀ ਉਦਾਰ ਕੇ ਸ੍ਰੇਸ਼ਟ ਬੁੱਧੀ ਵਾਲੇ, ਬੜੇ ਸਖੀ ਦਾਤੇ ਪੁਰਖ ਆ। ਜੋ ਜਿਹੜੇ ਧਾਰਨ ਕਰਦੇ ਆ ਸ੍ਰੇਸ਼ਟ ਬੁੱਧੀ ਵਾਲੇ ਆ, ਜਾਂ ਵੀ ਜੋ ਬੁੱਧ ਉਦਾਰ ਸ੍ਰੇਸ਼ਟ ਬੁੱਧੀ ਵਾਲੇ, ਉਹੀ ਉਹ ਧਰੇ ਕਹੀਏ ਧਾਰਨ ਕਰਦੇ। ਮੁੱਕਦੀ ਗੱਲ ਇਹ ਵੀ ਜਿਵੇਂ ਕਿਵੇਂ ਧਰਮ ਨੂੰ ਧਾਰਨ ਕਰੋ। ਜੋ ਧਾਰਨ ਕਰਦੇ ਹਨ ਉਹਨਾਂ ਦੀ ਬੁੱਧੀ ਸ੍ਰੇਸ਼ਟ ਆਤਮ ਵਿਸ਼ਾਣੀ ਬੁੱਧੀ ਬਣ ਜਾਂਦੀ, ਉਹ ਮਹਾਨ ਬੁੱਧੀ ਬਣ ਜਾਂਦੀ। ਉਹੀ ਆਤਮਾ ਦੇ ਵਿਸ਼ੇ ਵਾਲੇ ਬਣਦੇ, ਦੂਜੇ ਨਹੀਂ ਬਣ ਸਕਦੇ। ਤਾਂ ਤੇ ਜਿਉਂ ਕਿ ਉਹ ਧਰਮ ਕੋ ਤਾਂ ਇਸੇ ਕਰਕੇ ਜਾਂ ਤਿਸੇ ਕਰਕੇ, ਜਿਵੇਂ ਕਿਵੇਂ ਧਰਮ ਨੂੰ ਜੋ ਸ੍ਰੇਸ਼ਟ ਬੁੱਧੀ ਵਾਲੇ, ਉਦਾਰ ਮਤਲਬ ਸ੍ਰੇਸ਼ਟ, ਸ੍ਰੇਸ਼ਟ ਬੁੱਧੀ ਵਾਲੇ ਧਰੇ ਧਾਰਨ ਕਰਦੇ ਆ ਤੇ ਉਹ ਬੁੱਧ ਉਦਾਰ ਆਤਮ ਵਿਸ਼ਾਣੀ ਬੁੱਧੀ ਵਾਲੇ ਬਣ ਜਾਂਦੇ। ਕੋਈ ਬਹੁਤਾ ਔਖਾ ਨਹੀਂ ਹੈ ਬਣਾ ਸਕਦਾ। ਅਰਥਾਤ ਕਬਿਤ ਨਾਗ ਸੋਭੇ ਮਦ ਕਰ, ਨੀਰ ਸੋਭੇ ਦੀਵਾਰ। ਹੁਣ ਕਬਿਤ ਉਜਾੜ ਰਹੇ ਆ। ਅੱਗੇ ਕਵੀ ਜੀ ਕਈ ਪ੍ਰਕਾਰ ਦੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਧਰਮੀ ਮਨੁੱਖਾਂ ਦੀ ਵਡਿਆਈ ਕਰਦੇ ਆ ਵੱਖੋ ਵੱਖਰੇ ਪ੍ਰਮਾਣਾਂ ਨਾਲ, ਕਿ ਜਿਹੜਾ ਧਰਮਾਤਮਾ ਪੁਰਖ ਆ ਉਹ ਸਦਾ ਹੀ ਸੋਭਾ ਪਾਉਂਦੇ। ਨਾਗ ਸੋਭੇ ਮਦ ਕਰ, ਇਹ ਭਾਈ ਜਿਸ ਪ੍ਰਕਾਰ ਨਾਗ ਕਹੀਏ ਹਾਥੀ, ਮਦ ਕਰ ਕਹੀਏ ਮਦ ਨਾ ਮਸਤੀ ਦਾ, ਮਸਤ ਹੋ ਕਰ ਕਹੀਏ ਕਰਕੇ, ਮਸਤ ਹੋ ਕਰਕੇ, ਸੋਭਾ ਕਹੀਏ ਸੋਭਾ ਪਾਉਂਦਾ ਹੈ। ਭਾਵ ਜਦੋਂ ਹਾਥੀ ਦਾ ਜਿਹੜਾ
ਮਧੁਕਰ ਨਾਮ ਹੈ ਗੰਡ ਸਥਲ। ਜਦੋਂ ਹਾਥੀ ਦੇ ਗੰਡ ਸਥਲ, ਉਹ ਕਿਹੜਾ ਗਾਲ ਅਤੇ ਕੰਨ ਦੇ ਵਿਚਕਾਰਲਾ ਥਾਂ ਨੂੰ ਗੰਡ ਸਥਲ ਕਿਹਾ ਜਾਂਦਾ। ਹਾਂਜੀ, ਹਾਥੀ ਦਾ ਜਿਹੜਾ ਗੰਡ ਸਥਲ ਆ, ਉਸ ਤੋਂ ਜਦੋਂ ਮੱਧ ਚੋਂਦਾ ਹੈ ਨਾ ਰਸ, ਤਾਂ ਉਹ ਮੱਧ ਕਹੀਏ ਮਸਤੀ ਦੀ ਚਾਲ ਨਾਲ ਤੁਰਦਾ ਹੋਇਆ ਬਹੁਤ ਜਿਹੜਾ ਸੋਭੇ ਗਈ ਸੋਭਾ ਪਾਉਂਦਾ। ਠੀਕ ਹੈ ਜੀ। ਨਾਗ ਸੋਭੈ ਮਧਕਾਰ। ਮਧਕਾਰ ਦਾ ਅਰਥ ਭਾਵ ਮਧ ਨਾਮ ਦਾ ਮਸਤੀ ਦਾ। ਹਾਂਜੀ, ਤੇ ਮਧਕਾਰ ਦਾ ਅਰਥ ਆ ਵੀ ਗੰਡ ਸਥਲ। ਨਾਗ ਸੋਭੇ ਮਧਕਾਰ। ਨਾਗ ਜਿਹੜਾ ਵਾ ਹਾਥੀ ਆ, ਗੰਡ ਸਥਲ ਕਰਕੇ ਸ਼ੋਭਦਾ। ਕਿਉਂਕਿ ਉਸ ਗੰਡ ਸਥਲ ਜਿਹੜਾ ਗਲ ਦੇ ਕੰਨ ਦੇ ਵਿਚਕਾਰਲਾ ਥਾਂ ਆ, ਉੱਥੋਂ ਹਾਥੀ ਦੇ ਜਿਹੜਾ ਆ ਰਸ ਚੋਂਦਾ। ਠੀਕ ਹੈ ਜੀ। ਮਸਤੀ ਦਾ ਜਲ ਚੋਂਦਾ, ਤੇ ਉਦੋਂ ਫਿਰ ਹਾਥੀ ਜਿਹੜਾ ਸ਼ੋਭਾ ਪਾਉਂਦਾ ਹੈ। ਨਾਗ ਸੋਭੇ ਮਧਕਾਰ। ਨਾਗ ਹਾਥੀ ਜਿਹੜਾ ਹੈ ਉਹ ਮਦ ਨਾਮ ਮਸਤੀ ਦਾ ਮਸਤ ਹੋ ਕਰਕੇ ਜਦੋਂ ਤੁਰਦਾ ਉਦੋਂ ਸੋਭਾ ਪਾਉਂਦਾ। ਇੱਦਾਂ ਹੀ ਅਰਥ ਆ। ਤੇ ਨਾਗ ਸੋਭੇ, ਨਾਗ ਹਾਥੀ ਸੋਭਦਾ ਕਦੋਂ? ਜਦੋਂ ਮਦ ਕਰ ਕਹੀਏ ਜਿਹੜਾ ਮਦ ਮਸਤੀ ਦਾ ਉਹਦੇ ਵਿੱਚੋਂ ਜਿਹੜਾ ਜਾਲਿਆ ਉਹ ਟਪਕਦਾ ਹੈ। ਉਹ ਕਿੱਥੋਂ ਟਪਕਦਾ? ਮਦ ਕਰ ਕਹੀਏ ਗੰਡ ਸਥਲ ਤੋਂ। ਮਦ ਕਰਦਾ ਅਤੇ ਗੰਡ ਸਥਲ ਵੀ ਲੱਗਣਾ। ਠੀਕ ਹੈ ਜੀ। ਕਿ ਨਾਗ ਸੋਭਦਾ ਗੰਡ ਸਥਲ ਕਰਕੇ। ਕਿਉਂਕਿ ਉਹ ਗੰਡ ਸਥਲ ਦੇ ਗਲ ਤੇ ਕੰਨ ਦੇ ਵਿਚਕਾਰਲੇ ਥਾਂ ਜੇਕਰ ਰਸ ਜਿਹਾ ਚੋਂਦਾ ਹਾਥੀ ਦੇ, ਜਦੋਂ ਚੋਂਦਾ ਤੇ ਫਿਰ ਉਹ ਬਹੁਤ ਸੋਭਾ ਪਾਉਂਦਾ। ਤੇ ਇਸੇ ਤਰ੍ਹਾਂ ਵੀ ਜਦੋਂ ਰਸ ਚੋਂਦਾ, ਹਾਂਜੀ ਮੱਧ ਚੋਂਦਾ, ਤੇ ਉਦੋਂ ਫਿਰ ਨਾਗ ਸੋਭੇ, ਹਾਥੀ ਬੜਾ ਸੋਭਦਾ। ਕਿੱਦਾਂ? ਮੱਧ ਕਹੀਏ ਮਸਤੀ ਦੀ ਜਿਹੜੀ ਚਾਲ ਹੈ ਨਾ, ਉਹ ਚਾਲ ਕਰਕੇ ਤੁਰਦਾ ਜੂ ਹੈ, ਤਾਂ ਕਰਕੇ ਸੋਭਾ ਪਾਉਂਦਾ। ਨੀਰ ਸੋਭੇ ਇੰਦੀਵਾਰ। ਜਿਸ ਪ੍ਰਕਾਰ ਨੀਰ ਪਾਣੀ ਜਿਹੜਾ ਇੰਦੀਵਾਰ, ਉਹ ਇੰਦੀਵਾਰ ਕਹੀਏ ਕਮਲਾਂ ਦੇ ਫੁੱਲ। ਹਾਂਜੀ, ਕਮਲਾਂ ਦੇ ਨਾਲ ਸੋਭਾ ਪਾਉਂਦਾ। ਭਾਵ ਜਦੋਂ ਕਿਸੇ ਤਲਾਅ ਵਿੱਚ ਕਮਲ ਦੇ ਫੁੱਲ ਖਿੜੇ ਹੁੰਦੇ ਆ ਨਾ, ਤਾਂ ਬਹੁਤ ਸੋਭਾ ਪਾਉਂਦਾ ਹੈ। ਇੰਦੀਵਾਰ ਦਾ ਅਰਥ ਆ ਕਮਲ ਫੁੱਲ। ਇੰਦੀਵਾਰ ਮਤਲਬ ਕਮਲ। ਇੰਦੀ ਨਾਮ ਕਮਲ ਦਾ ਹੁੰਦਾ ਨਾ, ਕਮਲ ਫੁੱਲ, ਤੇ ਵਾਰ ਨਾਮ ਸ੍ਰੇਸ਼ਟ ਦਾ। ਹਾਂ, ਜਦੋਂ ਨੀਰ ਜਲ ਸੋਭੇ, ਜਲ ਕਦੋਂ ਸੋਭਦਾ? ਜਦੋਂ ਇੰਦੀ ਕਹੀਏ ਕਮਲ ਦੇ ਫੁੱਲ ਵਰਗੇ ਸ੍ਰੇਸ਼ਟ ਸੋਹਣੇ ਖਿੜੇ ਹੁੰਦੇ ਆ ਤਲਾਅ ਦੇ ਵਿੱਚ, ਫਿਰ ਤਲਾਅ ਦੀ ਸੋਭਾ ਵੀ ਬਹੁਤ ਹੁੰਦੀ ਹੈ, ਬਹੁਤ ਸੋਭਾ ਪਾਉਂਦਾ ਹੈ। ਰੈਣ ਸੋਭੇ ਹੇਮਕਾਰ। ਕਹਿੰਦੇ ਵੀ ਜਿਸ ਪ੍ਰਕਾਰ ਰੈਣ ਰਾਤ ਸੋਭਾ ਪਾਉਂਦੀ ਹੈ, ਕਦੋਂ? ਹੇਮਕਾਰ ਕਹੀਏ ਸ਼ੀਤਲ ਕਿਰਨਾਂ ਵਾਲੇ ਚੰਦਰਮਾ ਦੇ ਨਾਲ। ਹੇਮਕਾਰ ਨਾਮ ਚੰਦਰਮਾ ਦਾ ਹੈ। ਹਾਂਜੀ, ਹੇਮ ਨਾਮ ਠੰਡ ਬਰਫ ਦਾ ਹੁੰਦਾ, ਸ਼ੀਤਲ ਦਾ ਹੁੰਦਾ। ਸ਼ੀਤਲਤਾ ਕਰਕੇ, ਚੰਦਰਮਾ ਦੀ ਸ਼ੀਤਲਤਾ ਕਰਕੇ ਰਾਤ ਸੋਭਦੀ ਆ, ਇਹ ਸਮਝ ਲੈਣਾ। ਹਿਮਕਾਰ ਸਿੱਧਾ ਅਰਥ ਚੰਦਰਮਾ ਹੀ ਆ, ਤੇ ਹਿਮ ਨਾਮ ਬਰਫ ਦਾ। ਉਹ ਬਰਫ ਵਾਂਗ ਜਿਹੜੀਆਂ ਕਿਰਨਾਂ ਦੇ ਕਰਕੇ ਚੰਦਰਮਾ ਦੀ ਬਰਫ ਵਰਗੀਆਂ ਕਿਰਨਾਂ ਦੇ ਕਰਕੇ ਰਾਤ ਸੋਭਦੀ ਹੈ। ਨਾਰ ਸੀਲ ਰਤ ਤੇ। ਫਿਰ ਜਿਹੜੀ ਨਾਰ ਇਸਤਰੀ ਆ, ਉਹ ਇਸਤਰੀ ਜਿਹੜੀ ਆ ਸੁੰਦਰ ਸੀਲ ਸੁਭਾਅ ਵਿੱਚ, ਰਾਤ ਕਹੀਏ ਪ੍ਰੀਤਵਾਨ ਹੋਣ ਕਰਕੇ ਸੋਭਾ ਪਾਉਂਦੀ। ਨਾਰ ਇਸਤਰੀ ਜਿਹੜੀ ਆ ਸੀਲ ਸੁਭਾਅ ਦੇ ਨਾਲ
ਰਤ ਕਹੀਏ ਪ੍ਰੀਤੀ ਵਾਲੀ ਹੋਣ ਕਰਕੇ ਸ਼ੋਭਾ ਪਾਉਂਦੀ। ਇਹਦਾ ਅਰਥ ਕਰ ਰਤ ਪ੍ਰੀਤੀ ਵਾਲੀ ਤੇ ਕਹੀਏ ਕਰਕੇ ਪ੍ਰੀਤੀ ਵਾਲੀ ਹੋ ਕਰਕੇ ਨਾ ਨਾਰ ਜਿਹੜੀ ਇਸਤਰੀ ਆ ਸੀਲ ਕਹੀਏ ਇਹ ਸੀਲ ਸੁਭਾਅ ਕਰਕੇ ਨਾਰ ਸ਼ੋਭਾ ਪਾਉਂਦੀ। ਨਾਰ ਸੀਲ ਰਤ ਤੇ ਇਸਤਰੀ ਸੀਲ ਸੁਭਾਅ ਦੇ ਰਤ ਕਹੀਏ ਸੀਲ ਸੁਭਾਅ ਦੀ ਪ੍ਰੀਤਵਾਨ ਤੇ ਕਹੀਏ ਕਰਕੇ ਸ਼ੋਭਾ ਪਾਉਂਦੀ ਹੈ। ਸੀਲ ਨਾਮ ਇਹਦਾ ਬਹੁਤ ਅਰਥ ਹੈ, ਪਿਛੇ ਕੀਤਾ ਹੀ ਹੈ ਕਿ ਜਿਹੜਾ ਸੀਲ ਸੁਭਾਅ ਵੀ ਹੈ ਪਤਿਵਰਤਾ ਧਰਮ। ਜਦੋਂ ਸੀਲ ਸੁਭਾਅ ਪਤੀ ਵਰਤਾ ਧਰਮ ਵਿੱਚ ਰਤ ਕਹੀਏ ਪ੍ਰੀਤੀ ਕਰਦੀ ਹੈ ਨਾ ਇਸਤਰੀ, ਉਸ ਦੀ ਪ੍ਰੀਤੀ ਹੋਣੇ ਕਰਕੇ ਨਾਰ ਸ਼ੋਭਾ ਪਾਉਂਦੀ। ਤਿਵੇਂ ਧਰਮ ਨੂੰ ਧਾਰਨ ਵਾਲੇ ਮਨੁੱਖੀ ਜਿਹੜੇ ਧਰਮ ਨੂੰ ਧਾਰਨ ਵਾਲੇ ਧਰਮੀ ਮਨੁੱਖ ਆ ਲੋਕ ਪਰਲੋਕ ਵਿੱਚ ਸ਼ੋਭਾ ਪਾਉਂਦੇ। ਨਾਰ ਸੀਲ ਰਤ ਤੇ ਇਸਤਰੀ ਜਿਹੜੀ ਆ ਸੀਲ ਕੇ ਪਤਿਵਰਤਾ ਧਰਮ ਵਿੱਚ ਰਤ ਕੇ ਪ੍ਰੀਤੀ ਦੇ ਤੇ ਕਹੀਏ ਕਰਕੇ ਸ਼ੋਭਾ ਪਾਉਂਦੀ। ਸ਼ੋਭਤ ਤਰੰਗ ਜਬ ਇਹ ਜਿਸ ਪ੍ਰਕਾਰ ਤਰੰਗ ਨਾਮ ਘੋੜਾ ਜਬ ਕਹੀਏ ਸੁੰਦਰ ਚਾਲ ਚੱਲਣ ਕਰਕੇ ਸ਼ੋਭਤ ਸ਼ੋਭਾ ਪਾਉਂਦਾ। ਠੀਕ ਹੈ ਜੀ। ਜਬ ਦਾ ਅਰਥ ਲਾਉਣਾ ਆ ਇਹ ਚਾਲ। ਸ਼ੋਭਤ ਤਰੰਗ ਜਬ ਘੋੜਾ ਸੁੰਦਰ ਚਾਲ ਕਰਕੇ ਸ਼ੋਭਤ ਸ਼ੋਭਾ ਪਾਉਂਦਾ ਹੈ। ਧਾਮ ਸ਼ੋਭੇ ਉਤਸਵ ਫਿਰ ਜਿਸ ਪ੍ਰਕਾਰ ਧਾਮ ਕਹੀਏ ਘਰ ਸ਼ੋਭੇ ਸ਼ੋਭਦਾ ਹੈ ਕਦੋਂ ਉਤਸਵ ਜਦੋਂ ਘਰ ਵਿੱਚ ਉਤਸਵ ਹੁੰਦਾ ਨਾ, ਕੋਈ ਖੁਸ਼ੀ ਖੇੜੇ ਹੁੰਦੇ ਆ, ਅੱਜ ਬੱਚਿਆਂ ਦੇ ਜਨਮ ਮਨਾਏ ਜਾਂਦੇ, ਵਿਆਹ ਵਿਊਹ ਹੁੰਦੇ ਆ। ਇਹ ਜਦੋਂ ਵਿਆਹ ਦਿੱਕਤਾਂ ਖੁਸ਼ੀ ਖੇੜਿਆਂ ਦਾ ਉਤਸਵ ਜਿਹਾ ਹੁੰਦਾ ਉਦੋਂ ਘਰ ਸ਼ੋਭਦਾ ਹੈ। ਕਿਉਂਕਿ ਫਿਰ ਘਰ ਵਿੱਚ ਪੂਰੇ ਨਾਚ ਗਾਣੇ ਖੁਸ਼ੀਆਂ ਹੁੰਦੀਆਂ, ਚੰਗੇ ਚੰਗੇ ਕੰਮ ਹੁੰਦੇ ਰਹਿਣ, ਵਿਆਹ ਸ਼ਾਦੀਆਂ ਹੁੰਦੀਆਂ ਰਹਿਣ, ਧਾਰਮਿਕ ਦਿਨ ਮਨਾਏ ਜਾਂਦੇ, ਅਖੰਡ ਪਾਠ ਸਾਹਿਬ ਕਰਾਏ ਜਾਂਦੇ, ਉਦੋਂ ਘਰ ਸੋਹਣੇ ਲੱਗਦੇ। ਸੋ ਉਤਸਵ ਦਾ ਅਰਥ ਆ ਕਿ ਖੁਸ਼ੀਆਂ ਖੇੜੇ ਜਿਹੜੇ ਦਿਨ ਮਨਾਉਂਦੇ ਆਪਾਂ, ਜਦੋਂ ਘਰ ਵਿੱਚ ਵਿਆਹ ਦਾ ਉਤਸਵ ਹੋਵੇ, ਪੁੱਤਰ ਜਨਮਿਆ ਹੋਵੇ, ਸੰਤਾਂ ਮਹਾਤਮਾ ਵਾਸਤੇ ਭੋਜਨ ਕੀਤਾ ਹੋਵੇ, ਐਸੀ ਖੁਸ਼ੀਆਂ ਦੇ ਮੌਕੇ 'ਤੇ ਜਿਸ ਪ੍ਰਕਾਰ ਘਰ ਸ਼ੋਭਦਾ। ਧਾਮ ਘਰ ਸ਼ੋਭੈ ਧਾਮ ਸ਼ੋਭੇ ਘਰ ਸ਼ੋਭਦਾ ਉਤਸਵ ਖੁਸ਼ੀ ਖੇੜਿਆਂ ਦੇ ਸਮਾਗਮਾਂ 'ਤੇ। ਸ਼ੋਭੈ ਵਿਆਹ ਕਾਰਨ ਰਵ ਜਿਸ ਪ੍ਰਕਾਰ ਰਵ ਕਹੀਏ ਬਾਣੀ। ਰਵ ਦਾ ਅਰਥ ਸੂਰਜ ਵੀ ਹੁੰਦਾ, ਰਵ ਦਾ ਅਰਥ ਬਾਣੀ ਵੀ ਹੁੰਦਾ। ਜਿਹੜੀ ਰਵ ਬਾਣੀ ਆ ਉਹ ਵਿਆਕਰਨ ਅਨੁਸਾਰ ਬੋਲੀ ਹੋਈ ਸ਼ੋਭਾ ਪਾਉਂਦੀ ਆ, ਸ਼ੋਭਦੀ ਆ। ਵਿਆਕਰਨ ਦੇ ਨਿਯਮ ਅਨੁਸਾਰ ਹੀ ਬੋਲਿਆ ਜਾਵੇ, ਗ੍ਰੰਥ ਲਿਖਿਆ ਜਾਵੇ, ਉਹ ਲਿਖੀ ਹੋਈ ਬਾਣੀ, ਉਹ ਬੋਲੀ ਹੋਈ ਬਾਣੀ ਸ਼ੋਭਦੀ ਆ। ਜੇ ਵਿਆਕਰਨ ਹੀ ਹੋਊਗੀ ਉਹਦੇ ਵਿੱਚ ਤੇ ਫਿਰ ਲਿਖਿਆ ਊਟ ਪਟੰਗ ਕੋਈ ਸ਼ੋਭਾ ਨਹੀਂ ਪਾਉਂਦਾ। ਸ਼ੋਭਦਾ ਨਹੀਂ ਕਹਿੰਦੇ ਵੀ ਇਹਨੂੰ ਕੋਈ ਬਿੱਤ ਲਿਖਣਾ ਨਹੀਂ ਆਇਆ, ਇਹਨੂੰ ਦੋਹਰਾ ਲਿਖਣਾ ਨਹੀਂ ਆਇਆ। ਹੁਣ ਪੰਡਿਤ ਹਰਦਿਆਲ ਜੀ ਨੇ ਪੂਰੀ ਵਿਆਕਰਨ ਮੁਤਾਬਕ ਹੀ ਸਾਰ ਕਿਤਾਬਲੀ ਗ੍ਰੰਥ ਦੇ ਛੰਦ ਬਣਾਏ ਤੇ ਸ਼ੋਭਦਾ ਵੀ ਗ੍ਰੰਥ ਪੂਰੀ ਚਾਲ ਆ। ਸ਼ੋਭੇ ਵਿਆਕਰਨ ਰਵ ਪੂਰੇ ਵਿਸ਼ਰਾਮ ਲੱਗਦੇ। ਵੇਖੋ ਬਾਣੀ ਲਿਖੀ ਹੋਈ ਜਾਂ ਪੜ੍ਹੀ ਹੋਈ ਬੋਲੀ ਹੋਈ ਵਿਆਕਰਨ ਕਰਕੇ ਸ਼ੋਭਦੀ ਹੈ, ਵੱਧ ਘੱਟ ਮਾਤਰਾ ਨਹੀਂ ਹੁੰਦੀ। ਨਦੀ ਹੰਸ ਗਤ ਦੇ ਫਿਰ ਜਿਸ ਪ੍ਰਕਾਰ ਨਦੀ ਜਿਹੜੀ ਹੈ ਉਹ ਹੰਸਾਂ ਵਾਂਗ ਹੌਲੀ ਹੌਲੀ ਗਤ ਕਹੀਏ ਚਾਲ ਚੱਲੇ ਤਾਂ ਸ਼ੋਭਦੀ। ਨਦੀ ਹੰਸ ਗਤ ਤੇ ਨਦੀ ਜਿਹੜੀ ਹੈ ਨਾ ਹੰਸਾਂ ਵਾਲੀ ਜਿਹੜੀ ਗਤ ਗਈ ਚਾਲ ਹੌਲੀ ਹੌਲੀ ਉਸ ਤੇ ਇਹਦਾ ਅਰਥ ਕਰਕੇ ਉਸ ਕਰਕੇ ਸ਼ੋਭਦੀ। ਨਦੀ ਹੰਸ ਗਤ ਤੇ ਜਾਂ ਇੱਦਾਂ ਵੀ ਜਿਸ ਨਦੀ ਵਿੱਚ ਹੰਸ ਜਿਹੜੇ ਆ ਆਪਣੀ ਗਤ ਗਈ ਚਾਲੇ ਫਿਰਦੇ ਹੋਣ ਹੌਲੀ ਹੌਲੀ, ਉਹ ਨਦੀ ਸ਼ੋਭਦੀ ਹੈ। ਤੇ ਐਵੇਂ ਹੀ ਜਿਹੜੇ ਧਰਮ ਨੂੰ ਧਾਰਨ ਵਾਲੇ ਮਨੁੱਖ ਆ, ਧਰਮੀ ਮਨੁੱਖ, ਉਹ ਸ਼ੋਭਾ ਪਾਉਂਦੇ ਆ ਜਗਤ ਵਿੱਚ ਸਾਰੇ ਥਾਂ। ਸਭਾ ਸੂਬੇ ਵਿਦਿਆਵਾਨ ਜਿਸ ਪ੍ਰਕਾਰ ਜਿਹੜੀ ਸਭਾ ਮਜਲਿਸ ਦਰਬਾਰ ਆ
ਜਿੱਥੇ ਵਿਦਵਾਨ ਬੈਠਦੇ ਆ, ਉਹ ਸਭਾ ਵਿੱਚ ਜੇ ਕੋਈ ਵਿਦਵਾਨ ਹੋਏ ਬੈਠੇ, ਵਿਦਵਾਨ ਪੁਰਖ, ਫਿਰ ਸੋਭਿਆ ਕਹੀਏ ਸੋਭਦੀ ਹੈ। ਸਭਾ ਸੋਭਦੀ ਆ ਵਿਦਿਆਵਾਨਾਂ ਕਰਕੇ। ਜੇ ਸਭਾ ਵਿੱਚ ਉੱਲੂ ਇਕੱਠੇ ਹੋਏ ਹੋਣ, ਜਿਹਨਾਂ ਨੂੰ ਅਕਲ ਮੌਤ ਨਾ ਹੋਵੇ, ਉਹ ਸਭਾ ਨਹੀਂ ਸੋਭਦੀ। ਕਹਿੰਦੇ ਮੂਰਖਾਂ ਦੀ ਸਭਾ ਲੱਗੀ। ਹਾਂ, ਜਿੱਥੇ ਵਿਦਿਆਵਾਨ ਬੈਠੇ ਹੋਣ, ਬੜੇ ਗੁਣੀ ਗਿਆਨੀ, ਉਹ ਸਭਾ ਮਜਲਿਸ ਦਰਬਾਰ ਸੋਭਦਾ ਹੈ। ਕੁਲ ਸੋਭੈ ਸ਼ੁਭ ਸੰਤਾਨ, ਕੁਲਾਂ ਵੀ ਤਾਂ ਸੋਭਿਆ ਕਹੀਏ ਸੋਭਦੀਆਂ ਜੇ ਸ਼ੁਭ ਚੰਗੀ ਸੰਤਾਨ ਹੋਵੇ। ਜਿਸ ਪ੍ਰਕਾਰ ਕੁਲ ਸੋਭੈ ਸ਼ੁਭ ਸੰਤਾਨ, ਕਹਿੰਦੇ ਵੀ ਜਿਸ ਪ੍ਰਕਾਰ ਸ਼ੁਭ ਚੰਗੀ ਸੰਤਾਨ ਔਲਾਦ ਭਾਵ ਕੋਈ ਭਗਤ ਦਾਨੀ ਜਾਂ ਸੂਰਮਾ ਪੁੱਤਰ ਹੋਇਆ ਹੋਵੇ ਘਰ ਵਿੱਚ, ਉਹ ਕੁਲ ਸੋਭਿਆ, ਕੁਲ ਸੋਭਦੀ ਹੈ। ਕਿਉਂਕਿ ਭਗਤ ਬਰਾਬਰ ਔਰ ਨਾ ਕੋਈ, ਭਗਤਾਂ ਦੇ ਬਰਾਬਰ ਕੋਈ ਨਹੀਂ ਹੈਗਾ। ਜਾਂ ਦਾਨੀ ਸੂਰਮਾ ਹੋਵੇ ਤਾਂ ਇਹ ਕੁਲ ਸੋਭਾ ਪਾਉਂਦੀ ਹੈ। ਪਾਨ ਸੋਭੈ ਕਰੇ ਦਾਨ, ਜਿਸ ਪ੍ਰਕਾਰ ਕਹਿੰਦੇ ਪਾਨ ਕਹੀਏ ਹੱਥ ਦਾਨ ਕਰਨ ਕਰਕੇ ਹੀ ਸੋਭਦੇ। ਦਾਨ ਕਰੇ, ਜੇ ਦਾਨ ਕਰੇ ਪਾਨ ਸੋਭੈ, ਤਾਂ ਹੀ ਪਾਨ ਹੱਥ ਸੋਭਦੇ। ਜਾਂ ਵੀ ਜਿਸ ਪ੍ਰਕਾਰ ਹੱਥ ਸੋਭਦੇ ਆ ਦਾਨ ਕਰੇ ਗਈ ਕਰਨੇ ਕਰਕੇ। ਤੁਲਸੀ ਜੀ ਵੀ ਕਥਨ ਕਰਦੇ ਆ, ਜਿਸ ਪੁਰਖ ਦਾ ਹੱਥ ਦੇ ਉੱਪਰ ਹੱਥ ਰਹੇ, ਭਾਵ ਹੱਥ ਨਾਲ ਦਾਨ ਕਰਦਾ ਰਹੇ, ਉਸ ਦਾ ਜੀਵਨ ਸਫਲਾ। ਜੇ ਕਦੇ ਹੱਥ ਦੇ ਥੱਲੇ ਹੱਥ ਹੋ ਗਿਆ ਤਾਂ ਜਿਉਂਦਿਆਂ ਹੋਇਆ ਵੀ ਮਰਿਆ ਹੋਇਆ ਜਾਣੀ। ਮਤਲਬ ਵੀ ਦਾਨ ਦੇਣ ਨਾਲ ਜਿਤਨੇ ਹੱਥ ਸ਼ੋਭਾ ਪਾਉਂਦੇ ਆ, ਉਤਨੇ ਸੋਨੇ ਆਦਿ ਦੇ ਕੰਗਣ ਪਾਉਣ ਨਾਲ ਨਹੀਂ ਸ਼ੋਭਦੇ। ਜਦੋਂ ਦਾਨ ਦੇਣ ਦੀ ਸ਼ਕਤੀ ਨਾ ਰਹੇ ਅਤੇ ਲੈਣ ਦੀ ਇੱਛਾ ਖੁਰੇ, ਤਦੋਂ ਮਰ ਜਾਣਾ ਕਹਿੰਦੇ ਚੰਗਾ। ਫਿਰ ਮੌਤੋਂ ਨਾ ਕਹਿੰਦੇ ਡਰਨਾ ਕਰੀ। ਉਹ ਲਿਖਿਆ ਉਹਨਾਂ ਨੇ, ਤੁਲਸੀ ਕਰ ਪਰ ਕਰ ਕਰੀ, ਕਰ ਤਲ ਕਰ ਨਾ ਕਰੀ, ਜਾ ਦਿਨ ਕਰ ਤਲ ਕਰ ਕਰੇ, ਫਿਰ ਮੌਤੋਂ ਨਾਹੀਂ ਡਰੀ। ਤੁਲਸੀ ਕਾਰ ਪਰ ਕਰ ਕਰੀ, ਕਹਿੰਦੇ ਵੀ ਤੁਲਸੀ ਆ ਕਰ ਪਰ, ਕਹਿੰਦੇ ਵੀ ਹੱਥ ਕਰ ਨਾਮ ਹੱਥ ਦਾ, ਹੱਥ ਦੇ ਪਰ ਕਈ ਉੱਪਰ ਹੱਥ ਕਰੀ ਕਰਕੇ ਰੱਖੀ, ਭਾਵ ਦਾਨ ਕਰਦਾ ਰਹੀ। ਕਰ ਤਲ ਕਰ ਨਾ ਕਰੀ, ਜਿਹੜਾ ਹੱਥ ਆ ਨਾ, ਹੱਥ ਤਾਲ ਥੱਲੇ ਦਾ ਹੁੰਦਾ। ਕਹਿੰਦੇ ਹੱਥ ਦੇ ਥੱਲੇ ਕਰ ਕਹੀਏ ਹੱਥ ਨਾ ਕਰੀ। ਜਾ ਦਿਨ ਕਰ ਤਲ ਕਰ ਕਰੀ, ਹਾਂ ਜਾ ਦਿਨ, ਜਿਸ ਦਿਨ ਕਰ ਆ ਜਿਹੜੇ ਹੱਥ ਆ ਉਹ ਤਲ ਕਰ, ਹੱਥ ਦੇ ਥੱਲੇ, ਤਲ ਵੀ ਥੱਲੇ, ਕਰੇ ਵੀ ਕਰੇ ਤੂੰ, ਤੇਰਾ ਜੀ ਨਾ ਕਰੇ ਦਾਨ ਦੇਣ ਨੂੰ, ਫਿਰ ਮੌਤੋਂ ਨਾ ਡਰੀ। ਫਿਰ ਕਹਿੰਦੇ ਮੌਤ ਤੋਂ ਨਾ ਡਰੀ, ਮਰ ਜਾਈਂ, ਇਹਦਾ ਨਹੀਂ ਕੋਈ ਫਾਇਦਾ ਫੂਦਾ ਹੈਗਾ। ਖੇਤ ਪੱਤ ਤੇ ਜਿਸ ਪ੍ਰਕਾਰ ਖੇਤ ਨਾਮ ਧਰਤੀ ਦਾ, ਜ਼ਮੀਨ ਦਾ, ਜ਼ਮੀਨ ਜਿਹੜੀ ਆ ਖੇਤ ਪਾਤ ਨਾਮ ਹੁੰਦਾ, ਖੇਤ ਨਾਮ ਜ਼ਮੀਨ ਦਾ ਹੀ ਇਹਦੇ ਪਾਤ ਨਾਮ ਮਾਲਕ ਦਾ। ਕਹਿੰਦੇ ਜਿਸ ਪ੍ਰਕਾਰ ਧਰਤੀ ਜ਼ਮੀਨ ਖੇਤ ਪਾਤ ਮਾਲਕ, ਜਿਹੜਾ ਧਰਤੀ ਦਾ ਮਾਲਕ ਭਾਵ ਕਿਸਾਨ ਦੇ ਤੇ ਕਹੀਏ ਕਰਕੇ ਸੋਭਦੀ ਹੈ। ਜਿਵੇਂ ਧਰਤੀ ਖੇਤ ਨਾਮ ਇੰਦਰ ਦਾ ਵੀ ਹੈ, ਇੰਦਰ ਕਰਕੇ ਸੋਭਦੀ ਹੈ। ਭਾਵ ਕਿਉਂ ਖੇਤ ਪੱਤ ਦੇ ਧਰਤੀ ਦਾ ਮਾਲਕ ਇੰਦਰ ਨੂੰ ਕਿਉਂ ਮੰਨਿਆ ਵਾ ਵੀ ਜਦੋਂ ਇੰਦਰ ਸਮੇਂ ਅਨੁਸਾਰ ਵਰਖਾ ਕਰਦਾ ਨਾ, ਮੀਂਹ ਪਾਉਂਦਾ, ਤਦੋਂ ਹਾਂਜੀ ਅੰਨ ਘਾਦਿਕ ਕਰਕੇ ਤੇਰਾ ਸਾਰੀ ਧਰਤੀ ਸ਼ੋਭਾ ਪਾਉਂਦੀ। ਮੀਂਹ ਪਾਉਣ ਦੀ ਸੇਵਾ ਇੰਦਰ ਦੀ ਲੱਗੀ ਹੋਈ। ਮਹਾਰਾਜ ਜੀ ਦੇ ਬਚਨ ਹੀ ਆਉਂਦੇ ਨਾ, ਜਿੱਥੇ ਹੁੰਦਾ ਹੈ ਕਿ ਦੇਵੇ ਤੀਰਥ ਸਹਿਜ ਸੁਭਾਏ, ਕਲ ਮਲ ਹੋਈ ਮੇਦਨੀ, ਕਲ ਮਲ ਹੋਈ ਮੇਦਨੀ, ਅਰਦਾਸ ਕਰੇ ਲੈ ਬੁਲਾਏ। ਉਸ ਸ਼ਬਦ ਵਿੱਚ ਇਹ ਆਉਂਦਾ ਬਚਨ, ਇੰਦਰੇ ਨੂੰ ਫਰਮਾਇਆ ਉਠਾ ਸ਼ੈਬਰ ਲਾਏ, ਆਂਦਰ ਉਪਜੇ ਬਹੁ ਕਣਾ, ਕੀਮਤ ਕਹਿਣ ਨਾ ਜਾਏ। ਮਤਲਬ ਗੁਰਬਾਣੀ ਤੋਂ ਸਿੱਧ ਹੁੰਦਾ ਵਾ ਵੀ ਇੰਦਰ ਦੀ ਸੇਵਾ ਜਿਹੜੀ ਹੈ ਵਰਖਾ ਕਰਨ ਦੀ। ਜਦੋਂ
कृष्ण भगवान की नगरी नूं ਅਤੇ ਜਦੋਂ ਡੁਬਾਉਣ ਲੱਗੇ ਸੀ ਇੱਥੇ ਮਥੁਰਾ ਵਿਖੇ, ਉਦੋਂ ਵੀ ਇੰਦਰ ਨੇ ਆਪਣੀ ਅਪਮਾਨ ਜਿਹਾ ਸਮਝ ਕੇ ਬੜੀ ਕੋਸ਼ਿਸ਼ ਕੀਤੀ ਸੀ। ਫਿਰ ਉਹਨਾਂ ਨੇ ਚੀਟੀ 'ਤੇ ਪਹਾੜ ਚੁੱਕਿਆ ਸੀ ਕ੍ਰਿਸ਼ਨ ਜੀ ਨੇ। ਸੋ ਰਾਹ ਵਿਚਾਰ ਵੀ ਇੰਦਰ ਕੀ ਆ ਖੇਤ ਪਾਤ ਧਰਤੀ ਦਾ ਮਾਲਕ ਤਾਂ ਮੰਨਿਆ ਜਿਹੜਾ ਉਹ ਵਰਖਾ ਕਰਦਾ, ਮੀਂਹ ਪਾਉਂਦਾ। ਖੇਤ ਪਾਤ 'ਤੇ ਜ਼ਮੀਨ ਜਿਹੜੀ ਹੈ ਇੰਦਰ ਕਰਕੇ ਸ਼ੋਭਾ ਪਾਉਂਦੀ। ਜਦੋਂ ਮੀਂਹ ਪਾ ਦਿੰਦਾ ਅੰਨ ਘਾਹ ਬਹੁਤ ਹੋਣ ਲੱਗ ਪੈਂਦਾ। ਜਾਂ ਖੇਤ ਧਰਤੀ ਦਾ ਖੇਤ ਪਾਤ ਮਾਲਕ ਕੌਣ? ਉਹ ਕਿਸਾਨ। ਧਰਤੀ ਕਿਸਾਨ ਕਰਕੇ ਸ਼ੋਭਾ ਪਾਉਂਦੀ, ਹਰਿਆਵਲੀ ਵਾਲੀ ਹੁੰਦੀ, ਅਨਾਜ ਪੈਦਾ ਹੁੰਦਾ। ਮੂਡ ਸੋਭੈ ਕਰੈ ਮੌਨ, ਜਿਸ ਪ੍ਰਕਾਰ ਮੂਡ ਕਹੀਏ ਮੂਰਖ ਮਨੁੱਖ, ਉਹ ਮੌਨ ਕਰੇ, ਚੁੱਪ ਕਰਕੇ, ਮੌਨ ਨਾਲ ਚੁੱਪ ਕਰਕੇ ਬੈਠਾ ਰਹੇ ਤਾਂ ਉਹ ਸੋਭਾ ਕਹੀਏ ਸ਼ੋਭਾ ਪਾਉਂਦਾ। ਮੂਰਖ ਮੌਨ ਕਰੇ, ਚੁੱਪ ਕਰਕੇ ਸ਼ੋਭਾ ਪਾਉਂਦਾ। ਜੋ ਬੋਲ ਪਵੇ ਤਾਂ ਪਤਾ ਲੱਗ ਜਾਂਦਾ ਮੁੱਖ ਤੋਂ ਬੋਲਿਆ ਤਾਂ ਕੱਢਿਆ ਵਿਚਾਰ। ਹਾਂਜੀ, ਜੀ ਚੁੱਪ ਕੀਤਾ ਰਹੇ ਕੀ ਪਤਾ ਮੂਰਖ ਕਿ ਸਿਆਣਾ, ਪਰ ਜਦੋਂ ਬੋਲ ਪਿਆ ਨਾ ਉਦੋਂ ਕਹਿਣਾ ਲੈ ਅਸੀਂ ਤੈਨੂੰ ਸਿਆਣਾ ਸਮਝਣ ਡਏ, ਤੂੰ ਜੋ ਬੋਲਿਆ ਤੂੰ ਤਾਂ ਨਿਰਾ ਹੀ ਮੂਰਖ ਹੈ। ਮੂਡ ਸੋਭੈ ਕਰੈ ਮੌਨ, ਮੂਰਖ ਜਿਹੜਾ ਉਹ ਮੌਨ ਚੁੱਪ ਕਰਕੇ ਬੈਠਾ ਰਹੇ ਤਾਂ ਸ਼ੋਭਾ ਪਾਉਂਦਾ ਹੈ। ਜੇ ਬੋਲ ਪਵੇ ਫਿਰ ਉਹਦੀ ਕੋਈ ਸ਼ੋਭਾ ਨਹੀਂ, ਫਿਰ ਤੇ ਉਹਦਾ ਜਿਹੜਾ ਜਲੂਸ ਹੀ ਨਿਕਲਦਾ। ਮੌਨ ਇੱਥੇ ਵਿਚਾਰ ਦੀ ਕੋਈ ਜ਼ਰੂਰਤ ਨਹੀਂ, ਫਿਰ ਵੀ ਦੱਸ ਦਈਏ ਵੀ ਮੌਨ ਜਿਹੜਾ ਵਾ ਉਹ ਕਈ ਪ੍ਰਕਾਰ ਦਾ ਮੰਨਿਆ। ਬਾਣੀ ਦਾ ਮੌਨ, ਇੰਦਰੀਆਂ ਦਾ ਮੌਨ, ਕੰਨਾਂ ਦਾ ਮੌਨ। ਹਾਂਜੀ, ਉਹ ਕਿਸ ਪ੍ਰਕਾਰ ਆ? ਬਾਣੀ ਦਾ ਮੌਨ ਕੀ ਹੈ? ਜ਼ਬਾਨ ਤੋਂ ਕੁਝ ਵੀ ਨਾ ਬੋਲਣਾ। ਹਾਂਜੀ, ਕਈ ਮੌਨ ਧਾਰ ਲੈਂਦੇ ਆ ਪਰ ਉਹ ਮਨ ਕਰਕੇ ਬੋਲੀ ਜਾਂਦੇ ਆ, ਕਾਗਜ਼ਾਂ 'ਤੇ ਲਿਖ ਦਿੰਦੇ ਰਹਿੰਦੇ। ਜ਼ਬਾਨ ਦਾ ਮੌਨ ਰੱਖਣਾ, ਕਿਸੇ ਨੂੰ ਮਾੜਾ ਨਾ ਕਹਿਣਾ। ਗੁਰਸਿੱਖ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ, ਥੋੜ੍ਹਾ ਖਾਣਾ। ਹਾਂਜੀ, ਇਹ ਮੌਨ ਆ ਜਿਹੜਾ ਥੋੜ੍ਹਾ ਬੋਲਣਾ। ਪਰ ਜਿਹੜਾ ਜ਼ਬਾਨ ਨਾਲ ਬੋਲਣਾ ਅਤੇ ਲਿਖ ਕੇ ਦੇਈ ਜਾਣਾ ਉਹ ਬੋਲਣ ਬਰਾਬਰ ਹੀ ਹੈ, ਚੁੱਪ ਨਾ ਹੋਵੇ। ਬਾਣੀ ਦਾ ਮੌਨ ਇਹ ਹੀ ਆ ਕਿ ਕਿਸੇ ਨੂੰ ਮਾੜਾ ਨਾ ਕਹਿਣਾ, ਇਹ ਸਹੀ ਮੌਨ ਆ। ਜਿਹੜਾ ਚੁੱਪ ਕਰਕੇ ਅੰਦਰ ਵਿਸ ਘੋਲਣੀ ਦਾ ਕੋਈ ਫਾਇਦਾ ਨਹੀਂ। ਇੰਦਰੀਆਂ ਦਾ ਮੌਨ, ਅੱਖਾਂ ਨੂੰ ਮਾੜਾ ਦੇਖਣੋਂ ਰੋਕਣਾ। ਜੇਕਰ ਦੇਖਣਾ ਹੀ ਹੈ ਸਾਰਿਆਂ 'ਚ ਪਰਮਾਤਮਾ ਦਾ ਨੂਰ ਵੇਖਣਾ। ਇਹ ਹਰੀ ਦਾ ਰੂਪ ਕਰਕੇ ਦੇਖਣਾ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਇਹ ਇੰਦਰੀਆਂ ਦਾ ਮੌਨ ਹੈ। ਠੀਕ ਹੈ ਜੀ, ਸਾਰੇ ਇੰਦਰੀਆਂ ਦਾ ਮੌਨ ਹੈ। ਮਤਲਬ ਇੱਥੇ ਅੱਖਾਂ ਦਾ ਉਂਝ ਹੀ ਦੱਸਿਆ ਵਾ ਵੀ ਜਿਹੜਾ ਅੱਖਾਂ ਨਾਲ ਮਾੜਾ ਦੇਖਣਾ ਉਹ ਰੋਕਣਾ। ਹਾਂ, ਜੇ ਦੇਖਣਾ ਸਭ 'ਚ ਰੱਬ ਵੇਖਣਾ, ਇਹ ਇੰਦਰੀਆਂ ਦਾ ਮੌਨ ਹੈ, ਮਹਾਨ ਮੌਨ ਹੈ। ਕੰਨਾਂ ਦਾ ਮੌਨ, ਇਹ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣਨੀ, ਇਹ ਕੰਨਾਂ ਦਾ ਮੌਨ ਆ ਅਸਲੀ। ਹਾਂ, ਕਿਉਂਕਿ ਹੁਣ ਕੰਨਾਂ ਦਾ ਮੌਨ ਇਹ ਤਾਂ ਨਹੀਂ ਸਭ ਕੁਛ ਸੁਣਨਾ ਹੀ ਨਾ। ਆਇਓ ਸੁਣਨ ਪੜ੍ਹਨ ਕੋ ਬਾਣੀ, ਗੁਰੂ ਸਾਹਿਬ ਦੇ ਕਹਿੰਦੇ ਕੇਵਲ ਬਾਣੀ ਸੁਣਨੀ, ਕੀਰਤਨ ਸੁਣਨਾ, ਪਰਮੇਸ਼ਰ ਸੰਬੰਧੀ ਵਿਚਾਰ ਸੁਣਨੀ, ਕਥਾ ਸੁਣਨੀ, ਭਲੇ ਦੀ ਗੱਲ ਸੁਣਨੀ, ਪੁਕਾਰ ਦੀ ਗੱਲ ਸੁਣਨੀ। ਕਿਉਂਕਿ ਸਰਵਣੋ ਮੇਰੇ ਹੋ ਸਾਚੈ ਸੁਣੈ ਨੋ ਬਿਠਾਏ, ਸਾਚੈ ਸੁਣੈ ਨੋ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਰੀਰ ਦੇ ਨਾਲ ਲਾਏ ਤਾਂ ਵੀ ਸੱਤ ਦੀ ਬਾਣੀ ਸੁਣੋ ਪਰਮੇਸ਼ਰ ਦੀ। ਕੰਨਾਂ ਦਾ ਮੌਨ ਇੰਨਾ ਹੀ ਆ, ਨਿੰਦਿਆ ਨਹੀਂ ਸੁਣਨੀ, ਮਾੜੀ ਗੱਲ ਨਹੀਂ ਸੁਣਨੀ, ਚੰਗਾ ਸੁਣਨਾ, ਇਹ ਕੰਨਾਂ ਦਾ ਮੌਨ। ਹੱਥਾਂ ਦਾ ਮੌਨ ਕੀ ਆ? ਸੇਵਾ ਦੇ ਕਰਨੀ ਆ। ਹਾਂਜੀ, ਮਾੜਾ ਨਹੀਂ ਲਿਖਣਾ, ਹੱਥਾਂ ਨਾਲ ਚੋਰੀ ਨਹੀਂ ਕਰਨੀ, ਡਕੈਤੀ ਬਦਮਾਸ਼ੀ ਨਹੀਂ ਕਰਨੀ। ਪੈਰਾਂ ਦਾ ਮੌਨ ਕੀ ਹੈ? ਪੈਰਾਂ ਕਰਕੇ ਸੰਗਤ ਵਿੱਚ ਜਾਣਾ ਅਤੇ ਕਿਸੇ ਬੁਰੇ ਪਾਸੇ ਨਾ ਜਾਣਾ, ਕੋਈ ਸੰਗਤ ਵੱਲ ਨਾ ਜਾਣਾ, ਇਹ ਪੈਰਾਂ ਦਾ ਮੌਨ ਹੈ। ਮਨ ਦਾ ਮੌਨ ਕੀ ਆ? ਮਨ ਵਿੱਚ ਬੁਰੇ ਖਿਆਲਾਂ ਦੇ ਜਿਹੜੇ ਆਉਣਾ ਨਾ ਇਹ ਰੋਕਦੇ। ਕਿਸੇ ਦੀ ਬੁਰਾਈ ਨਾ ਸੋਚਣੀ ਅਤੇ ਹਮੇਸ਼ਾ ਭਲੇ ਦਾ ਸੋਚਣਾ, ਮਨ ਦਾ ਮੌਨ ਹੈ। ਗਿਆਨ ਮੌਨ ਕੀ ਹੈ? ਬ੍ਰਹਮ ਸਰੂਪ ਨੂੰ ਸਾਰੇ ਪੂਰਨ ਸਮਝ ਕੇ ਆਪਣੇ ਅੰਦਰ ਹੀ ਵਸਦਾ ਮਹਿਸੂਸ ਕਰਨਾ, ਸੰਕਲਪਾਂ ਵਿਕਲਪਾਂ ਨੂੰ ਰੋਕਣਾ, ਇਹ ਗਿਆਨ ਮੌਨ ਹੈ। ਹਾਂਜੀ, ਇਹ ਨਹੀਂ ਵੀ ਅੰਦਰ ਸੰਕਲਪ ਵਿਕਲਪ ਲੱਖਾਂ ਕਰੋੜਾਂ ਚੱਲਦੇ ਹੋਣ ਆਖੇ ਮੈਂ ਗਿਆਨੀ ਬੜਾ ਤਗੜਾ। ਨਹੀਂ, ਜਿਹੜਾ ਆਪਣੇ ਸਵੈ ਸਰੂਪ 'ਚ ਟਿਕਿਆ ਹੋਇਆ, ਸੰਕਲਪ ਵਿਕਲਪ ਇੱਕ ਨਹੀਂ ਚੱਲਣ ਡਿਆ,
ਉਹ ਗਿਆਨ ਮੋਨ ਆ, ਗਿਆਨੀ ਮੋਨੀ। ਇਸ ਪ੍ਰਕਾਰ ਵਿਦਵਾਨ ਜਿਹੜੇ ਆ ਮੋਨ ਬਾਰੇ ਦੱਸਦੇ ਆ। ਸੁਰ ਵਿਚਾਰ ਮੂਰਖ ਦੀ ਗੱਲ ਆਈ ਆ ਵੀ ਮੂਰਖ ਸੋਭਦਾ ਆ ਕਰੇ ਮੋਨ, ਜੇ ਚੁੱਪ ਕਰੇ ਫਿਰ ਦਾ ਭਲਾ ਹੈ। ਸਿੱਖੀ ਸੋਭੈ ਪਰੈ ਹੋਣ। ਸਿੱਖੀ ਜਿਸ ਪ੍ਰਕਾਰ ਕਹਿੰਦੇ ਆ ਵੀ ਸਿੱਖੀ ਕਹੀਏ, ਸਿੱਖੀ ਪੋਲਾ ਪਾਠ ਕਰ ਲੈਣਾ ਪਹਿਲਾਂ। ਉਹਦਾ ਅਰਥ ਹੋ ਜੂ ਅਗਨੀ। ਅਗਨੀ ਵਿੱਚ ਹੌਣ ਕਹੀਏ, ਹਵਨ ਦੀ ਸਮੱਗਰੀ, ਪਰੈ ਕਹੀਏ ਪਵੇ। ਫਿਰ ਤਾਂ ਉਹ ਜਿਹੜੀ ਸਿੱਖੀ ਅੱਗ ਆ ਉਹ ਸੋਭੇ ਕਹੀਏ ਸੋਭਦੀ ਹੈ। ਫਿਰ ਸਿੱਖੀ ਨਾਮ ਮੋਰ ਦਾ ਵੀ ਹੁੰਦਾ। ਜਿਹੜਾ ਮੋਰ ਉਹ ਤਾਂ ਸੋਭਦਾ, ਸੋਭੇ ਕਹੀਏ ਸੋਭਦਾ, ਜੇਕਰ ਉਸਦੇ ਪਰੈ ਕਹੀਏ ਜਿਹੜੇ ਪਰੈ ਪਾਰੇ ਆ, ਖੰਭ ਆ, ਉਹ ਖਿੜੇ ਹੋਏ ਹੋਣ ਕਹੀਏ ਹੋਣ, ਖਿੜੇ ਹੋਣ। ਜਾਂ ਇੱਦਾਂ ਹੀ ਆ ਵੀ ਸਿੱਖੀ ਸੋਭੈ ਪਰੈ ਹੋਣ। ਗੁਰੂ ਜਿਹੜੇ ਆ ਉਹ ਤਾਦੀ ਆਦਰ ਪਾਉਂਦਾ ਜੇਕਰ ਉਹ ਸਿੱਖੀ ਕਹੀਏ ਤੇ ਕੱਸ ਦੇਣਾ ਪਾਠ। ਸਿੱਖੀ ਜਿਹੜੀ ਸਿੱਖੀ ਸੇਵਕੀ ਆ ਉਹਦੀ ਸੋਭਿਆ ਕਹੀਏ, ਸਿੱਖੀ ਸੇਵਕੀ ਦੀ ਸੋਭਾ ਤੋਂ ਪਰੇ ਹੋਏ ਹੋਣ ਗੁਰੂ। ਜਾਂ ਸਿੱਖੀ ਸਿੱਖਿਆ ਸੇਵਕਾਂ ਦੀ ਜਿਹੜੀ ਆ ਮੋਹ ਮੋਹ ਜਿਹਾ ਉਹ ਤੋਂ ਪਰੇ ਹੋਏ ਹੋਣ ਗੁਰੂ, ਤਾਂ ਗੁਰੂ ਸੋਭਦੇ ਆ। ਇੱਦਾਂ ਵੀ ਹੋ ਜਾਂਦਾ। ਜਾਂ ਸਿੱਖੀ ਸੋਭੇ ਪਰੇ ਹੋਣ। ਸਿੱਖੀ ਤਦ ਹੀ ਸੋਭੇ ਕਹੀਏ ਸੋਭਦੀ ਆ ਜੇਕਰ ਦੁਨੀਆਦਾਰੀ ਦੇ ਪਖੰਡ ਤੋਂ ਪਰੇ ਹੋ ਕੇ ਨਾ ਸਿੱਖ ਜਿਹੜੇ ਆ ਜਾਂ ਕੋਈ ਦੁਨੀਆਦਾਰੀ ਤੋਂ ਪਖੰਡ ਤੋਂ ਹੋ ਕੇ ਧਰਮੀ ਬਣੇ ਹੋਏ ਹੋਣ, ਦੁਨੀਆਦਾਰੀ ਦੇ ਪਖੰਡ ਤੋਂ ਪਰੇ ਹੋਏ ਹੋਣ ਤਾਂ ਸੋਭੇ ਸਿੱਖੀ ਸੋਭਦੀ ਆ। ਸਿੱਖੀ ਸੋਭੈ ਪਰੈ ਹੋਣ ਕਈ ਅਰਥ ਲੱਗ ਜਾਂਦੇ ਆ। ਤੇ ਸਿੱਖੀ ਦੇ ਤਾਂ ਸੋਭੇ ਸੋਭਦੀ ਆ ਜੇ ਅੰਦਰੋਂ ਜਿਹੜੇ ਵਿਕਾਰ ਤੋਂ ਮਨੁੱਖ ਪਰੇ ਹੋਏ ਹੋਣ। ਸਿੱਖੀ ਸੋਭੈ ਪਰੈ ਹੋਣ। ਗੁਰੂ ਦੇ ਧਾਰੀ ਹੋਈ ਸਿੱਖੀ ਉਹਨਾਂ ਦੀ ਸੋਭੇ ਸੋਭਦੀ ਆ ਜਿਹੜੇ ਮੰਦ ਕਰਮਾਂ ਤੋਂ ਪਰੇ ਹੋਏ ਹੋਣ ਤੇ ਭੇਖ ਘੱਟ ਕਰਦੇ ਹੋਣ, ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸ ਕੀਨ ਵਾਲੇ ਨਾ ਹੋਣ। ਸੋ ਕਈ ਇੱਥੇ ਅਰਥ ਬਣ ਜਾਂਦੇ, ਬਹੁਤ ਹੀ ਨਹੀਂ। ਸੋਭੈ ਅਤਿ ਸਹਿ ਤ੍ਰਿਭਾਵਨ। ਫਿਰ ਜਿਸ ਪ੍ਰਕਾਰ ਉਪਰੋਕਤ ਸਭ ਆਪੋ ਆਪਣੇ ਤਰੀਕੇ ਨਾਲ ਸੋਭਾ ਪਾਉਂਦੇ ਆ ਜਿਹੜੇ ਗਣਾ ਦਿੱਤੇ ਉਪਰੋਕਤ ਵਿੱਤ ਵਿੱਚ, ਤਿਵੇਂ ਕਹਿੰਦੇ ਆ ਕਿ ਸੋਭੈ ਅਤਿ ਸਹਿ ਤ੍ਰਿਭਾਵਨ। ਅਤਿਸ਼ੈ ਕਹੀਏ ਅਤਿਸ਼ੈ ਕਰਕੇ, ਬੇਅੰਤ ਕਰਕੇ, ਤ੍ਰਿਭਾਵਨ ਤਿੰਨ ਭਾਵਨ ਭਾਵਨ ਜਿਹੜੇ ਆ ਉਹ ਤਿੰਨਾਂ ਭਾਵਨਾ ਵਿੱਚ ਸੋਭੇ ਸੋਭਾ ਪਾਉਂਦੇ। ਕੌਣ? ਧਰਮੀ ਸਮੱਤ ਤੇ ਜਿਹੜੇ ਸਮੱਤ ਸ੍ਰੇਸ਼ਟ ਮੱਤ, ਸੋ ਨਾਮ ਸ੍ਰੇਸ਼ਟ ਮੱਤ ਵਾਲੇ, ਆਤਮ ਸ਼ਾਨੀ ਬੁੱਧੀ ਵਾਲੇ ਧਰਮੀ ਮਨੁੱਖ ਆ। ਉਹ ਧਰਮੀ ਪੁਰਸ਼ ਜਿਹੜਾ ਨਾ ਇੱਦਾਂ ਹੀ ਹੁੰਦਾ ਵੀ ਧਰਮੀ ਜਿਹੜਾ ਸ੍ਰੇਸ਼ਟ ਮੱਤ ਦੇ ਤੇ ਕਹੀਏ ਕਰਕੇ ਤ੍ਰਿਭਾਵਨ ਤਿੰਨਾਂ ਭਾਵਨਾ ਵਿੱਚ ਅਤਿਸ਼ੈ ਕਰਕੇ ਸੋਭਾ ਪਾਉਂਦੇ ਹਨ। ਤ੍ਰਿਭਾਵਨ ਮਾਤ ਲੋਕ, ਸਵਰਗ ਲੋਕ, ਪਤਾਲ ਲੋਕ, ਤਿੰਨੇ ਭਾਵਨਾ ਜੀ। ਠੀਕ ਹੈ ਜੀ। ਦੋਹਰਾ ਸੁਖੀ ਦੁਖੀ ਨਰ ਜਗਤ ਮੈਂ। ਇਹ ਭਾਈ ਇਹ ਜਿਹੜਾ ਜਗਤ ਆ ਸੰਸਾਰ, ਇਹ ਸੰਸਾਰ ਦੇ ਮੈਂ ਕਹੀਏ ਵਿੱਚ ਸਾਰੇ ਜੀਵ ਵਸਦੇ ਆ, ਸੁਖੀ ਵੀ ਤੇ ਦੁਖੀ ਵੀ, ਸਾਰੇ ਮਨੁੱਖ ਵਸਦੇ ਆ। ਹਾਂਜੀ, ਜਾਂ ਵੀ ਸੁਖੀ ਦੁਖੀ, ਚਾਹੇ ਕੋਈ ਸੁਖੀ ਹੋਵੇ ਚਾਹੇ ਕੋਈ ਦੁਖੀ ਹੋਵੇ, ਨਰ ਜਗਤ ਨੇ ਸੰਸਾਰ ਵਿੱਚ ਧਰਮ ਕਰੇ ਜੋ ਕੋਏ, ਜੋ ਕਹੀਏ ਜਿਹੜਾ ਕੋਈ ਕਹੀਏ ਕੋਈ ਵੀ ਧਰਮ ਕਰੇ, ਧਰਮ ਨੂੰ ਧਾਰਨ ਕਰੇ, ਕਰੇਗਾ ਜਾਂ ਕਰਦਾ, ਸੁਖੀ ਕਰੇ ਤਬ ਸੁਖ ਵਢੈ। ਜੇਕਰ ਕੋਈ ਸੁਖੀ ਆਦਮੀ ਧਰਮ ਨੂੰ ਧਾਰਨ ਕਰੇਗਾ, ਸੁਖੀ, ਕਿਉਂਕਿ ਕਹਿੰਦੇ ਸੰਸਾਰ ਵਿੱਚ ਦੋਵੇਂ ਹੀ ਆ ਸੁਖੀ ਦੁਖੀ। ਹੁਣ ਇਹ ਵਡਿਆਈ ਦੱਸਣ ਲੱਗੇ ਧਰਮ ਦੀ ਵੀ ਸੁਖੀ ਕਰੇ, ਜੇ ਸੁਖੀ ਬੰਦਾ ਧਰਮ ਨੂੰ ਧਾਰਨ ਕਰੇ ਤਬ ਸੁਖ ਵਢੈ, ਤਦ ਉਸ ਨੂੰ ਹੋਰ ਸੁਖ ਵਢੈ ਕਹੀਏ ਵੱਧ ਜਾਏਗਾ, ਉਹਦੇ ਹੋਰ ਸੁੱਖ ਵੱਧ ਜਾਣਗੇ, ਵਢੈ ਵੱਧ ਜਾਣਗੇ।
ਦੁਖੀ ਕਰੇ ਦੁੱਖ ਖੋਏ। ਜੇਕਰ ਕੋਈ ਦੁਖੀ ਮਨੁੱਖ ਧਰਮ ਨੂੰ ਧਾਰਨ ਕਰੇਗਾ, ਹਾਂਜੀ, ਦੁਖੀ ਕਰੇ ਦੁਖੀ ਧਾਰਨ ਕਰੇਗਾ ਧਰਮ ਨੂੰ, ਦੁੱਖ ਖੋਏ, ਤੇ ਉਹ ਆਪਣੇ ਦੁੱਖ ਖੋਏ ਕਹੀਏ ਖਵਾ ਲਏਗਾ, ਨਾਸ ਕਰਵਾ ਲਏਗਾ। ਦੁੱਖ ਖੋਏ, ਆਪਣੇ ਦੁੱਖਾਂ ਨੂੰ ਖੋ ਲਵੇਗਾ, ਨਾਸ ਕਰ ਲਵੇਗਾ, ਤੇ ਦੁੱਖ ਖੋਏ ਖੋ ਜਾਣਗੇ, ਨਾਸ ਹੋ ਜਾਣਗੇ। ਇਸ ਕਰਕੇ ਭਾਈ ਇਹ ਸਿੱਖਿਆ ਵੀ ਸਾਰੇ ਧਰਮ ਨੂੰ ਹੀ ਧਾਰਨ ਕਰੋ। ਸਤ ਦੋਹੇ ਦੋ ਚੌਪਈ। ਹੁਣ ਇਹ ਛੰਦ ਵਿੱਚ, ਦੋਹਰੇ ਵਿੱਚ ਛੰਦਾਂ ਦੀ ਗਿਣਤੀ ਦੱਸਣ ਲੱਗੇ ਆ, ਜਿਹੜੇ ਉਹਨਾਂ ਨੇ ਬਾਅਦ ਵਿੱਚ 10 ਦੋਹਰੇ ਧਰਮ ਦੇ ਸੰਬੰਧ ਵਿੱਚ ਉਚਾਰੇ। ਅਧਿਆਇ ਦੀ ਸਮਾਪਤੀ ਦੇ ਛੰਦਾਂ ਦੀ ਗਿਣਤੀ ਕਰਕੇ ਦੱਸਦੇ ਆ। ਸਤ ਦੋਹੇ ਦੋ ਚੌਪਈ ਕਹਿੰਦੇ ਇਸ ਪਹਿਲੇ ਅਧਿਆਇ ਵਿੱਚ 7 ਦੋਹਰੇ, 7 ਦੋਹਰੇ, 2 ਚੌਪਈਆਂ, ਛੰਦ ਉੱਤਮ ਏਕ ਕਵਿਤ ਅਤੇ ਇੱਕ ਬਹੁਤ ਹੀ ਉੱਤਮ ਸ੍ਰੇਸ਼ਟ ਸੁੰਦਰ ਬਣਾ ਕੇ ਕਵਿਤ, ਜਿਹੜਾ ਕਵਿਤ ਛੰਦ ਉਚਾਰਨ ਕੀਤਾ ਹੈ ਜਾਂ ਆਇਆ ਹੈ। ਦਸੇ ਛੰਦ ਆਨੰਦਮੈ, 7 ਦੋਹਰੇ, 2 ਚੌਪਈਆਂ, 9 ਤੇ 1 ਕਵਿਤਾ। ਕਹਿੰਦੇ ਇਹ ਜਿਹੜੇ ਕੁੱਲ ਕੀ ਆ 10 ਛੰਦ, 10 ਛੰਦ ਆਏ ਆ, ਤੇ ਇਹ ਕੀ ਆ ਮਾੜੀ ਮੋਟੇ ਨਹੀਂ, ਇਹ ਆਨੰਦਮੈ ਆਨੰਦ ਰੂਪ ਆ। ਜੇ ਬਸੇ ਜਿਸੇ ਨਿਤ ਚਿਤ, ਜਿਸੇ ਕਹੀਏ ਜਿਸ ਮਨੁੱਖ ਦੇ ਚਿੱਤ ਵਿੱਚ ਇਹ 10 ਜਿਹੜੇ ਛੰਦ ਬਸੇ ਗਈਏ ਵਸ ਜਾਣਗੇ, ਉਸ ਨੂੰ ਆਨੰਦਮੈ ਆਨੰਦ ਰੂਪ ਕਰ ਦੇਣਗੇ। ਹਾਂਜੀ, ਭਾਵੇਂ ਨਾ 10 ਛੰਦਾਂ ਦਾ ਸਿਧਾਂਤ ਜਿਸ ਮਨੁੱਖ ਦੇ ਹਿਰਦੇ ਵਿੱਚ ਬਸ ਜਾਏਗਾ ਹਮੇਸ਼ਾ ਲਈ, ਉਸ ਨੂੰ ਸਭ ਖੁਸ਼ੀਆਂ ਨਿੱਤ ਹਮੇਸ਼ਾ ਹੀ ਪ੍ਰਾਪਤ ਹੋ ਜਾਣਗੀਆਂ। ਠੀਕ ਹੈ ਜੀ। ਸ਼ੰਕਾ ਜੇ ਕੋਈ ਖੜਾ ਕਰਦੇ ਵੀ ਕਿੱਦਾਂ, ਕਿਉਂਕਿ ਸਾਰੇ ਛੰਦ ਤੇ ਕਾਫੀ ਹੋ ਜਾਂਦੇ ਆ। ਇਸ ਅਧਿਆਇ ਵਿੱਚ ਛੰਦਾਂ ਦੀ ਗਿਣਤੀ 20 ਆਈ ਆ, ਪਰ ਕਵੀ ਦੋਹਰੇ ਵਿੱਚ ਛੰਦਾਂ ਦੀ ਗਿਣਤੀ 10 ਹੀ ਦੱਸ ਰਹੇ ਆ। ਇੱਥੇ ਆ ਕੇ ਦੱਸ ਦਿੱਤਾ, ਪਿੱਛੇ ਮੰਗਲ ਵੀ ਕੀਤੇ ਆ। ਇਹ ਕੀ ਭੇਦ? ਇਹਦਾ ਸਮਾਧਾਨ ਇਹ ਆ ਕਿ ਇਸ ਪਹਿਲੇ ਅਧਿਆਇ ਦੇ ਪਹਿਲੇ 8 ਛੰਦ ਭਾਸ਼ਾ ਕਰਨ ਵਾਲੇ ਪੰਡਿਤ ਹਰਦਿਆਲ ਜੀ ਨੇ ਮੰਗਲ ਰੂਪ ਵਿੱਚ ਰਚੇ ਆ, ਤੇ 9ਵੇਂ ਛੰਦ ਵਿੱਚ ਇਸ ਅਧਿਆਇ ਦੇ ਆਰੰਭ ਵਿੱਚ ਵਿਸ਼ਾ ਕਥਨ ਕੀਤਾ। ਠੀਕ ਹੈ ਜੀ। ਜਿੱਥੇ ਦੱਸੇ ਗਏ ਧਰਮ ਬਾਰੇ ਦੱਸਾਂਗੇ, ਵਾਧਾ ਕਿਵੇਂ ਕਿੱਦਾਂ ਹੁੰਦਾ, ਕਿਵੇਂ ਦੀ ਸਥਿਤੀ ਹੁੰਦੀ। 10ਵੇਂ ਛੰਦ ਵਿੱਚ ਖੇਮਾ ਅਹਿੰਸਾ ਦਇਆ ਮਿਰਦ ਜਿਹੜਾ ਹੈ ਉਹ ਸ਼ੁਰੂ ਹੁੰਦਾ, ਤੇ ਉੱਥੋਂ ਲੈ ਕੇ ਸੁਖੀ ਦੁਖੀ ਨਰ ਜਗਤ ਮੈਂ, ਇੱਥੋਂ ਤੱਕ ਛੰਦਾਂ ਦੀ ਗਿਣਤੀ 10 ਹੀ ਬਣਦੀ। ਇਹ ਸਮਾਂ ਦਾ ਇਹ ਤਸੇਰੀ ਸਾਰ ਕਿਤਾਬਲੀ ਇਹ ਤਾਂ ਕਹੀਏ ਇੱਥੇ ਜੋ ਸ੍ਰੀ ਕਹੀਏ ਸੁਭਾਏ ਬਾਣ ਜਾਂ ਸ਼੍ਰੋਮਣੀ ਸਾਰ ਕਿਤਾਬਲੀ ਸ੍ਰੇਸ਼ਟ ਉਕਤੀਆਂ ਜੁਗਤੀਆਂ ਦੀ ਆਵਲੀ ਕਈ ਪੰਕਤੀਆਂ ਵਾਲਾ ਇਹ ਗ੍ਰੰਥ ਆ। ਤਾਸ ਪ੍ਰਥਮ ਅਧਿਆਇ, ਤਾਸ ਕਹੀਏ ਤਿਸ ਦਾ ਪ੍ਰਥਮ ਕਹੀਏ ਪਹਿਲਾ ਅਧਿਆਇ ਜਿਹੜਾ ਆ ਇਤੀ ਕਹੀਏ ਸਮਾਪਤ ਹੋਇਆ ਹੈ। ਇਤੀ ਦਾ ਅਰਥ ਇੱਥੇ ਵੀ ਹੁੰਦਾ ਵਾ, ਤੇ ਇਤੀ ਦਾ ਅਰਥ ਸਮਾਪਤ ਵੀ ਹੁੰਦਾ। ਇਤੀ ਕਹੀਏ ਇੱਥੇ ਸ੍ਰੀ ਸੁਭਾਏ ਮਾਨ ਸਾਰ ਕਿਤਾਬਲੀ ਗ੍ਰੰਥ ਦਾ ਸਾਰ ਕਿਤਾਬਲੀ ਜਿਹੜਾ ਗ੍ਰੰਥ ਆ, ਤਾਸ ਕਹੀਏ ਤਿਸ ਦਾ ਪ੍ਰਥਮ ਪਹਿਲਾ ਅਧਿਆਇ ਇਤੀ ਕਹੀਏ ਸਮਾਪਤ ਹੋਇਆ। ਧਰਮ ਨਿਰੂਪਿਓ ਤਾਸ ਮੈਂ, ਤਾਸ ਕਹੀਏ ਇਹ ਤਿਸ ਜਾਂ ਇਸ ਪਹਿਲੇ ਅਧਿਆਇ ਦੇ ਮੈਂ ਕਹੀਏ ਵਿੱਚ ਪੰਡਿਤ ਹਰਦਿਆਲ ਜੀ ਕਹਿੰਦੇ ਆ, ਮੈਂ ਧਰਮ ਦਾ ਜਿਹੜਾ ਨਿਰੂਪਿਓ ਕਹੀਏ ਨਿਰੂਪਣ ਕੀਤਾ, ਕਥਨ ਕੀਤਾ ਹੈ। ਕਵਿ ਹਰਦਿਆਲ ਸੁਭਾਏ, ਕਵੀ ਹਰਦਿਆਲ ਪੰਡਿਤ ਜੀ ਜਿਨ੍ਹਾਂ ਨੇ ਗ੍ਰੰਥ ਲਿਖਿਆ, ਇਹ ਗ੍ਰੰਥ ਕਰਤਾ ਕਹਿੰਦੇ ਆ ਵੀ ਮੈਂ ਇਹ ਧਰਮ ਦਾ ਨਿਰੂਪਣ ਇਸ ਅਧਿਆਇ ਵਿੱਚ ਕੀਤਾ। ਵੀ ਕਿੱਦਾਂ ਕੀਤਾ ਤੁਸੀਂ ਇਹ ਵੀ ਥੋੜ੍ਹਾ ਜਿਹਾ ਦੱਸ ਦਿਓ। ਤੇ ਕਹਿੰਦੇ ਵੀ ਸੋ ਭਾਏ ਸ੍ਰੇਸ਼ਟ ਭਾਏ ਕਹੀਏ ਭਾਵਨਾ ਦੇ ਨਾਲ, ਸ੍ਰੇਸ਼ਟ ਭਾਏ ਕਹੀਏ ਸ਼ਰਧਾ ਦੇ ਨਾਲ ਧਰਮ ਦਾ ਵਿਸ਼ਾ ਨਿਰੂਪਣ ਕੀਤਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਜਿੱਥੇ ਪਹਿਲਾ ਅਧਿਆਇ ਜਿਹੜਾ ਹੈ ਉਹ ਅੱਜ ਸਮਾਪਤ ਹੋ ਚੁੱਕਾ ਹੈ। ਅੱਗੇ ਦੂਜੇ ਅਧਿਆਇ ਦੀ ਵਿਚਾਰ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਇਹ ਤਸੇਰੀ ਸਾਰ ਕਿਤਾਬਲੀ ਤਾਸ ਪ੍ਰਥਮ ਅਧਿਆਇ, ਧਰਮ ਨਿਰੂਪਿਓ ਤਾਸ ਮੈਂ ਕਵਿ ਹਰਦਿਆਲ ਸੁਭਾਏ। ਸੁਭਾਏ ਪਾਠ ਕਰਨਾ, ਕਵਿ ਹਰਦਿਆਲ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।